किछ कर्म न जाना, सार न जाना तेरी। सब ते बड़ा सतगुर नानक, जिन कल राखी मेरी। मैं मूर्ख की केतक बात है, कोट पराधी तरियारे। गुरु नानक जिन सुनिया पेख्या, से फिर गर्भास ना परिया रे। ਨਿਮਾਣਿਆਂ ਨੂੰ ਮਾਣ, ਬੇਸਮਝਾਂ ਨੂੰ ਸਮਝ, ਸੂਝ ਬੂਝ ਅੰਧਕਾਰ ਡਾਰਕਨੈਸ। ਮਾਨਦੇ ਨੂੰ ਹਨੇਰੇ ਨੂੰ ਦੂਰ ਕਰ, ਨਿਰੰਕਾਰ ਪਰਵਤਗਾਰ ਪਰਮੇਸ਼ਰ ਨਾਲ ਮਿਲਾਉਣ ਵਾਲੇ ਸਾਂਝ ਰਹਿਬਰ, ਮਨੁੱਖਤਾ ਦਾ ਭਲਾ ਕਰਨ ਵਾਲੇ ਸ਼ਬਦਾ ਅਵਤਾਰ ਸ਼ਬਦ ਗੁਰੂ ਜ਼ਾਕਤ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਅੰਦਰ, ਜਿੱਥੇ ਅਸੀਂ ਸਾਰੇ ਹੀ ਤਨ ਕਰਕੇ ਟਿਕੇ ਹਾਂ। ਆਓ ਮਨ ਦਾ ਟਿਕਾ ਬਣਾਈਏ, ਸੁਰਤੀਆਂ ਬਿਰਤੀਆਂ ਇਕਾਗਰ, ਰਸਨਾ ਨੂੰ ਸਫਲਾ। ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅੱਜ ਦਾ ਪਾਵਨ ਸ਼ਬਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਖ ਤੋਂ ਉਚਾਰਨ ਹੋਇਆ, ਜੋ ਲੜੀਵਾਰ ਸ਼ਬਦ ਦੀ ਵਿਚਾਰ ਨਾਲ ਆਪਾਂ ਜੁੜੇ ਅਤੇ ਇਸ ਦੀ ਵਿਚਾਰ ਕਰਦੇ ਆ ਰਹੇ ਹਾਂ। ਅੱਜ ਦੇ ਸ਼ਬਦ ਵਿੱਚ ਮੇਰੇ ਸਾਹਿਬ ਜੀ ਕੀ ਬਖਸ਼ਿਸ਼ ਕਰ ਰਹੇ ਨੇ। ਗੌੜੀ ਮਹਲਾ ਪੰਜਵਾਂ। ਗੁਰ ਕੇ ਚਰਨ ਉਪਰ ਮੇਰੇ ਮਾਥੇ, ਤਾਂ ਤੇ ਦੁਖ ਮੇਰੇ ਸਗਲੇ ਲਾਥੇ। ਸਤਿਗੁਰ ਆਪਣੇ ਕੋ ਕੁਰਬਾਨੀ, ਆਤਮ ਚੀਨ ਪਰਮ ਰੰਗ ਮਾਨੀ। ਇੱਥੇ ਕੁਰਬਾਨੀ ਤੋਂ ਸਦਕੇ ਜਾਣਾ ਆਤਮਾ ਦੀ ਗੱਲ ਹੈ ਅਤੇ ਚਰਨਾਂ ਦੀ ਗੱਲ। ਹੁਣ ਆਪਾਂ ਇਸ ਸ਼ਬਦ ਨੂੰ ਇਹ ਵੇਖਣਾ ਹੈ ਤੇ ਗੁਰੂ ਸਾਹਿਬ ਜੀ ਚਰਨ ਕਿਸ ਨੂੰ ਕਹਿੰਦੇ ਨੇ, ਕੁਰਬਾਨੀ ਦਾ ਮਤਲਬ ਕੀ ਹੈ ਤੇ ਆਤਮਾ ਕਿਸ ਨੂੰ ਕਹਿ ਰਹੇ। ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ। ਰਹਾਉ ਦੀਆਂ ਪੰਕਤੀਆਂ ਨੂੰ ਆਪਾਂ ਲਈਏ, ਸਾਰੇ ਸ਼ਬਦ ਦਾ ਨਿਚੋੜ ਇਸ ਵਿੱਚ ਆ ਜਾਵੇਗਾ। ਸਤਿਗੁਰ ਆਪਣੇ ਕੋ ਕੁਰਬਾਨੀ। ਪਹਿਲਾਂ ਸਤਿਗੁਰ ਦੇ ਅਰਥ ਕੀ ਨੇ, ਸਤਿਗੁਰ ਕਿਹਨੂੰ ਕਹਿੰਦੇ ਨੇ। ਸਤਿਗੁਰ ਤੋਂ ਭਾਵ ਹੈ ਸੱਚਾ ਗੁਰੂ, ਚੰਗੀ ਸਿੱਖਿਆ ਦੇਣ ਵਾਲਾ। ਸਤਿਗੁਰ ਜੇ ਅੱਜ ਸਾਨੂੰ ਕੋਈ ਪੁੱਛ ਲਵੇ ਸਤਿਗੁਰ ਦਾ ਮਤਲਬ ਕੀ ਹੈ, ਸਤਿਗੁਰ ਕਿਸ ਨੂੰ ਆਖਦੇ ਨੇ, ਤੇ ਸਾਨੂੰ ਸਭ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਸੱਚਾ ਗੁਰੂ, ਚੰਗੀ ਸਿੱਖਿਆ ਦੇਣ ਵਾਲਾ, ਉਹਨੂੰ ਸਤਿਗੁਰ ਆਖਦੇ। ਜਿਹੜਾ ਚੰਗੀ ਸਿੱਖਿਆ ਦਿੰਦਾ ਹੈ, ਚੰਗੇ ਮਾਰਗ ਤੇ ਲਾਉਂਦਾ ਹੈ, ਭੁੱਲਿਆਂ ਨੂੰ ਰਾਹੇ ਪਾਉਂਦਾ ਹੈ, ਉਹਨੂੰ ਸਤਿਗੁਰ ਹੀ ਆਖਦੇ। ਉਹ ਹੈ ਸਤਿਗੁਰ। ਤੇ ਜਿਹੜਾ ਭੁੱਲਿਆਂ ਸਿੱਧੇ ਰਾਹੇ ਜਾਂਦਿਆਂ ਨੂੰ ਹੋਰ ਭੁਲਾਉਂਦਾ ਹੈ, ਉਹ ਸਤਿਗੁਰ ਨਹੀਂ ਹੁੰਦਾ। ਸਤਿਗੁਰ
ਸੱਚਾ ਗੁਰੂ ਚੰਗੀ ਸਿੱਖਿਆ ਦੇਣ ਵਾਲਾ। ਹੁਣ ਗੁਰੂ ਕਾ ਸਿੱਖ ਕਹਿੰਦਾ ਹੈ ਆਪਣੇ ਕਿਹਦੇ ਤੋਂ? ਸੱਚਾ ਗੁਰੂ ਜਿਹੜਾ ਹੈ ਨਾ, ਚੰਗੀ ਸਿੱਖਿਆ ਦੇਣ ਵਾਲਾ ਹੈ ਨਾ, ਮੈਂ ਐਸੇ ਆਪਣੇ ਗੁਰੂ ਤੋਂ। ਕਉ ਦਾ ਅਰਥ ਕਰਾਂਗੇ ਤੋਂ, ਕੁਰਬਾਨੀ। ਕੁਰਬਾਨੀ ਦਾ ਅਰਥ ਕਰਾਂਗੇ ਆਪਣਾ ਆਪ ਨਿਸ਼ਾਵਰ ਕਰਦਾ। ਜਿਹੜਾ ਮੈਨੂੰ ਸੱਚਾ ਗੁਰੂ ਚੰਗੀ ਸਿੱਖਿਆ ਦੇਣ ਵਾਲਾ ਮੈਨੂੰ ਸਿੱਧੇ ਰਾਹ ਪਾਉਂਦਾ ਹੈ ਨਾ, ਮੈਂ ਉਸ ਦੇ ਉੱਤੋਂ ਆਪਣਾ ਆਪ ਕੁਰਬਾਨ ਕਰ ਦੇਵਾਂ, ਨਿਸ਼ਾਵਰ ਕਰ ਦੇਣਾ, ਸਦਕੇ ਕਰ ਦੇਵਾਂ। ਹੁਣ ਕੁਰਬਾਨ ਦੇ ਅਰਥ ਥੋੜਾ ਜਿਹਾ ਆਪਾਂ ਡੂੰਘਾਈ ਚ ਜਾ ਕੇ ਵੇਖੀਏ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ। ਜਿਸ ਨੇ, ਜਿਨ ਵਿਛੜਿਆ, ਜਿਸ ਨੇ ਮੇਰਾ ਮਾਲਕ, ਜਿਸ ਨਾਲ ਮੇਰਾ ਵਿਛੋੜਾ ਬਣਿਆ ਹੋਇਆ ਸੀ। ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ। ਸਿਰਜਣਹਾਰਾ ਤੋਂ ਭਾਵ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਏ, ਪਰਮੇਸ਼ਰ ਪਰਮੇਸ਼ਰ ਨਿਰੰਕਾਰ, ਜਿਸ ਨਾਲੋਂ ਮੇਰਾ ਵਿਛੋੜਾ ਬਣਿਆ ਹੋਇਆ ਸੀ। ਹਾਂ ਕੁਰਬਾਨੀ ਗੁਰ ਆਪਣੇ, ਮੈਂ ਉਹਨਾਂ ਤੋਂ ਕੁਰਬਾਨ, ਉਸ ਗੁਰੂ ਤੋਂ ਕੁਰਬਾਨ ਜਾਨਾ ਜਿਸ ਨੇ ਮੇਰਾ ਵਿਛੋੜਾ ਜਿਹੜਾ ਹੈ ਨਾ ਮਿਲਾਪ ਦੇ ਵਿੱਚ ਬਦਲ ਦਿੱਤਾ। ਕਿਉਂਕਿ ਮੈਂ ਵਿਛੜਿਆ ਸੀ ਤੇ ਮੇਰੇ ਗੁਰੂ ਨੇ ਮੇਰੇ ਉੱਤੇ ਕਿਰਪਾ ਕੀਤੀ। ਇਹ ਵਿਛੋੜਾ ਜਿਹੜਾ ਸੀ ਮਿਲਾਪ ਵਿੱਚ, ਤੇ ਮਿਲਾਪ ਕੀ ਹੈ? ਸੁੱਖ ਹੈ। ਵਿਛੋੜਾ ਕੀ ਹੈ? ਦੁੱਖ ਹੈ। ਹੁਣ ਵਿਛੋੜਾ ਜਿਹੜਾ ਪਿਆ ਹੈ ਮਿਲਾਪ ਦੇ ਵਿੱਚ ਤਬਦੀਲ ਕੌਣ ਕਰਦਾ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸੱਚਾ ਗੁਰੂ ਅੱਜ ਦੇ ਸਮੇਂ ਵਿੱਚ ਲੱਭਣਾ ਹੋਵੇ ਤੇ ਕਿਧਰੇ ਜਾਣ ਦੀ ਲੋੜ ਨਹੀਂ ਹੈ, ਕਿਧਰੇ ਭਟਕਣ ਦੀ ਲੋੜ ਨਹੀਂ ਹੈ। ਸੱਚਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਸਾਰੀ ਮਨੁੱਖਤਾ ਦਾ ਭਲਾ ਕਰ ਰਿਹਾ, ਜਿਹੜਾ ਸਾਰਿਆਂ ਨੂੰ ਸਿੱਧੇ ਮਾਰਗ ਤੇ ਲਾ ਰਿਹਾ। ਕੋਈ ਵੀ ਗੁਰੂ ਦੀ ਸ਼ਰਨ ਦੇ ਵਿੱਚ ਆਵੇ, ਕੋਈ ਵੀ ਕੁਰਾਏ ਪਿਆ ਆਵੇ, ਗੁਰੂ ਸਾਰਿਆਂ ਨੂੰ ਗਿਆਨ ਦਿੰਦਾ। ਜਿਵੇਂ ਇੱਕ ਟੀਚਰ ਹੈ ਨਾ, ਕਾਲਜ ਵਿੱਚ ਸਕੂਲ ਵਿੱਚ ਪੜ੍ਹਾ ਰਿਹਾ, ਉਹ ਕਿਸੇ ਸ਼੍ਰੇਣੀ ਦਾ ਵੀ ਉਸ ਦੇ ਕੋਲ ਆ ਜਾਵੇ ਪੜ੍ਹਨ ਵਾਸਤੇ, ਵਿਦਿਆ ਲੈਣ ਵਾਸਤੇ, ਤੇ ਸਾਰਿਆਂ ਨੂੰ ਹੀ ਪੜ੍ਹਾਉਂਦਾ ਹੈ। ਉਹ ਸਾਰਿਆਂ ਨੂੰ ਉਸ ਵਿਦਿਆ ਬਾਰੇ ਅਖਰੀ ਗਿਆਨ ਦਿੰਦਾ ਹੈ। ਉਹ ਨਹੀਂ ਕਹਿੰਦਾ ਵੀ ਤੂੰ ਜਾਨੀ ਹੈ, ਪਾਰਸੀ ਹੈ, ਬੋਧੀ ਹੈ, ਤੂੰ ਸਿੱਖ ਹੈ, ਸਾਈ ਹੈ, ਮੈਂ ਨਹੀਂ ਤੈਨੂੰ ਪੜਾਉਣਾ। ਕਿਉਂਕਿ ਉਹਦਾ ਕੰਮ ਹੈ ਟੀਚਰ ਦਾ, ਪ੍ਰੋਫੈਸਰ ਦਾ, ਸਾਰਿਆਂ ਨੂੰ ਅਖਰੀ ਗਿਆਨ ਦੇਣਾ। ਗੁਰੂ ਸਾਹਿਬ ਜੀ ਦੇ ਕੋਲ ਭਾਈ ਜਿਹੜਾ ਆਉਂਦਾ, ਹਾਂ ਦੁਨਿਆਵੀ ਪ੍ਰੋਫੈਸਰ ਟੀਚਰ ਤੇ ਭਾਵੇਂ ਕੋਈ ਵਿਤਕਰਾ ਕਰ ਲਵੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਇਹ ਤੇ ਇਹੋ ਜਿਹਾ ਚਾਨਣਾ, ਇਹੋ ਜਿਹਾ ਪ੍ਰਕਾਸ਼ ਦੇ ਦਿੰਦੇ ਨੇ, ਅੰਧਕਾਰ ਵਿੱਚੋਂ ਕੱਢ ਕੇ ਨਿਰੰਕਾਰ ਦਾ ਮਾਰਗ ਵਿਖਾਉਂਦੇ ਨੇ। ਮੇਰੇ ਪਾਤਸ਼ਾਹ ਜੀ ਦੇ ਪਰਥਾਏ ਕਹਿ ਰਹੇ ਨੇ, ਜਿਨ੍ਹਾਂ ਨੂੰ ਚਾਨਣ ਹੋ ਗਿਆ ਉਹ ਕਹਿੰਦੇ ਨੇ, ਹਾਂ ਕੁਰਬਾਨੀ ਗੁਰ ਆਪਣੇ, ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ। ਜਿਹੜਾ ਸਿਰਜਣਹਾਰ ਪਰਮਾਤਮਾ ਵਾਹਿਗੁਰੂ, ਜਿਸ ਗੁਰੂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ, ਮੈਂ ਉਸ ਗੁਰੂ ਤੋਂ ਸਦਕੇ ਜਾਨਾ, ਮੈਂ ਉਸ ਗੁਰੂ ਤੋਂ ਕੁਰਬਾਨ ਜਾਨਾ। ਹਾਂ ਵੰਜਾ ਕੁਰਬਾਨ ਸਾਈਂ ਆਪਣੇ। ਮੈਂ ਕੁਰਬਾਨ ਤੋਂ ਇਸ ਕੁਰਬਾਨ ਦੀ ਵਿਆਖਿਆ ਕਰ ਰਿਹਾ। ਹਾਂ ਵੰਜਾ ਕੁਰਬਾਨ ਸਾਈਂ ਆਪਣੇ। ਸਾਈਂ ਮਾਲਕ, ਆਪਣੇ ਸਾਈਂ ਤੋਂ। ਹੇ ਮਾਂ, ਮੈਂ ਆਪਣੇ ਸਾਈਂ ਤੋਂ, ਆਪਣੇ ਮਾਲਕ ਤੋਂ, ਆਪਣੇ ਪਰਮਾਤਮਾ ਤੋਂ, ਉਸ ਪਤੀ ਵਾਹਿਗੁਰੂ ਤੋਂ ਕੁਰਬਾਨ ਜਾਵਾਂ। ਹਾਂ ਵੰਜਾ ਕੁਰਬਾਨ। ਕਿਵੇਂ ਜੀ? ਸਾਈਂ ਆਪਣੇ। ਕਿਉਂ? ਕਵਿਸ਼ਨ ਖੜਾ ਹੁੰਦਾ, ਧੀਏ ਕਾਹਦੇ ਲਈ ਤੂੰ ਆਪਣੇ ਮਾਲਕ ਤੋਂ ਕੁਰਬਾਨ ਜਾਨੀ ਹੈ? ਤੇ ਸਖੀ ਸਹੇਲੀ ਕਹਿੰਦੀ ਆ, ਹੋਵੇ ਆਨੰਦ ਘਣਾ। ਮੈਂ ਇਸ ਕਰਕੇ ਕੁਰਬਾਨ ਜਾਨੀ ਆ ਆਪਣੇ ਮਾਲਕ ਤੋਂ, ਹੋਵੇ ਆਨੰਦ ਘਣਾ। ਮਨ ਤਨ ਜਾਪਣੇ। ਜਦੋਂ ਉਹਦੇ ਨਾਲ ਮੇਰਾ ਮਿਲਾਪ ਹੋਇਆ ਹੈ ਨਾ, ਜਦੋਂ ਉਸ ਨਾਲ ਮੇਰੀ ਸਾਂਝ ਬਣੀ ਹੈ ਨਾ, ਮਨ ਪਲੱਸ ਤਨ, ਤਨ ਤੇ ਮਨ ਦੇ ਵਿੱਚ ਘਣਾ ਆਨੰਦ ਬਣਿਆ ਹੋਇਆ ਹੈ।
ਵਿਛੋੜਾ ਕੀ ਸੀ ਦੁੱਖ, ਤੇ ਮਿਲਾਪ ਕੀ ਹੈ ਸੁੱਖ। ਹੁਣ ਮਾਂ ਮੇਰੀ ਮੈਨੂੰ ਉਸ ਮਾਲਕ ਪਤੀ ਪ੍ਰਮਾਤਮਾ ਦਾ ਮਿਲਾਪ ਹੋ ਗਿਆ ਹੈ, ਤੇ ਹੁਣ ਮੇਰੇ ਜੀਵਨ ਦੇ ਵਿੱਚ ਆਨੰਦ ਬਣਿਆ ਹੈ, ਹੁਣ ਮੇਰੇ ਜੀਵਨ ਦੇ ਵਿੱਚ ਖੜਾਵ ਬਣ ਗਿਆ। ਇਸ ਕਰਕੇ ਮੈਂ ਆਪਣੇ ਮਾਲਕ ਤੋਂ ਕੁਰਬਾਨ ਜਾ ਰਹੀ ਹਾਂ, ਆਪਣੇ ਮਾਲਕ ਤੋਂ ਮੈਂ ਸਦਕੇ ਜਾਂਦੀ ਹਾਂ। ਸਤਿਗੁਰ ਆਪਣੇ ਕੋ ਕੁਰਬਾਨੀ ਆਤਮ ਚੀਨ। ਹੁਣ ਗੁਰੂ ਦੀ ਕਿਰਪਾ ਨਾਲ ਕੀ ਹੋਇਆ ਹੈ? ਆਤਮ ਚੀਨ। ਚੀਨ ਦਾ ਅਰਥ ਕਰਾਂਗੇ ਪਰਖ। ਆਤਮਾ ਦੀ ਪੜਚੋਲ ਮੈਂ ਆਪਣੇ ਗੁਰੂ ਦੀ ਕਿਰਪਾ ਨਾਲ ਕੀਤੀ ਹੈ। ਆਤਮ ਚੀਨ, ਆਤਮਾ ਦੀ ਪੜਚੋਲ ਮੈਂ ਆਪਣੇ ਗੁਰੂ ਦੀ ਕਿਰਪਾ ਨਾਲ ਕਰ ਲਈ ਹੈ। ਪਰਮ, ਪਰਮ ਦਾ ਅਰਥ ਹੈ ਉੱਚਾ। ਉੱਚਾ ਤੇ ਸੁੱਚਾ ਹੁਣ ਮੈਨੂੰ ਸੁੱਖ ਮਿਲ ਗਿਆ ਏ। ਜਿੰਨਾ ਚਿਰ ਅਸੀਂ ਆਪਣੀ ਆਤਮਾ ਦੀ ਪੜਚੋਲ ਨਹੀਂ ਕਰਦੇ, ਜਿੰਨਾ ਚਿਰ ਅਸੀਂ ਆਪਣੇ ਆਪ ਦੀ ਪੜਚੋਲ ਨਹੀਂ ਕਰਦੇ, ਮਨੁੱਖ ਤੋਂ ਹੈ ਕੀ ਹੈ, ਉਹਨਾਂ ਚਿਰ ਦੁਖੀ ਹੈ, ਸੁੱਖ ਨਹੀਂ ਜੀ। ਹੁਣ ਆਤਮਾ ਦੀ ਪੜਚੋਲ ਜਿਹੜੀ ਕਰਨੀ ਹੈ ਉਹ ਕਿਵੇਂ ਕਰਨੀ ਹੈ? ਮੇਰੇ ਸਾਹਿਬ ਜੀ ਕਹਿੰਦੇ ਨੇ, ਪੌੜੀ ਰੋਜ਼ ਆਸਾ ਕੀ ਵਾਰ ਵਿੱਚ ਪੜ੍ਹਦੇ ਆ, ਸੁਣਦੇ ਆ। ਆਤਮਾ ਦੀ ਪੜਚੋਲ ਹੈ ਪੌੜੀ ਕੱਪੜ ਰੂਪ ਸੁਹਾਵਣਾ। ਆਤਮਾ ਦੀ ਪੜਚੋਲ ਛੱਡ ਦੁਨੀਆ ਅੰਦਰ ਜਾਵਣਾ। ਆਤਮਾ ਦੀ ਪੜਚੋਲ ਕਿਵੇਂ ਹੈ? ਕੱਪੜ, ਇਹ ਸਰੀਰ ਜਿਹੜਾ ਹੈ, ਇਸ ਨੂੰ ਇਸ ਨਜ਼ਰ ਨਾਲ, ਇਸ ਨਜ਼ਰ ਨਾਲ ਵੇਖੋ ਕਿ ਸਰੀਰ ਇੱਕ ਕੱਪੜਾ ਹੈ। ਜਿਵੇਂ ਸਾਡੇ ਸਰੀਰ ਦੇ ਉੱਤੇ ਅਸੀਂ ਕੱਪੜਾ ਪਾਇਆ ਹੋਵੇ, ਇਸ ਕੱਪੜੇ ਦੀਆਂ ਲੀਰਾਂ ਲੀਰਾਂ ਹੋ ਜਾਣ, ਇਹ ਜ਼ਰਦਰਾ ਹੋ ਜਾਵੇ, ਇਸ ਕੱਪੜੇ ਨੂੰ ਚੀਰ ਦਿੱਤਾ ਜਾਵੇ, ਪਰ ਤਨ ਨੂੰ ਕੋਈ ਚੀਜ਼ ਨਹੀਂ ਨਾ ਛੂੰਹਦੀ ਤੇ ਕੋਈ ਪੀੜ ਨਹੀਂ ਜੀ ਹੁੰਦੀ। ਹੁਣ ਮੇਰੇ ਸਾਹਿਬ ਜੀ ਕਹਿੰਦੇ ਨੇ, ਇਸ ਤੋਂ ਥੋੜਾ ਜਿਹਾ ਅੱਗਾ ਚਲੋ, ਇਹ ਜਿਹੜਾ ਸਰੀਰ ਹੈ ਇਹਨੂੰ ਕੱਪੜਾ ਸਮਝ ਲਓ, ਤੇ ਇਹ ਜਿਹੜਾ ਸਰੀਰ ਹੈ ਪੌੜੀ ਕੱਪੜ ਰੂਪ ਸੁਹੱਪਣ, ਜਿਹਨੂੰ ਅਸੀਂ ਕਹਿੰਦੇ ਸੁੰਦਰਤਾ। ਰੂਪ ਕਹਿੰਦੇ ਨੇ ਫਲਾਣੇ ਉੱਤੇ ਬੜਾ ਰੂਪ ਚੜਿਆ ਹੋਇਆ ਹੈ, ਉਹਦੀ ਬੜੀ ਸੁੰਦਰਤਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਆਤਮਾ ਦੀ ਪੜਚੋਲ ਕਰ। ਪੌੜੀ ਕੱਪੜ ਰੂਪ ਸੁਹਾਵਣਾ। ਕਈ ਆਪਣੀ ਸੁੰਦਰਤਾ ਨੂੰ ਵੇਖ ਕੇ ਹਉਮੈ ਨਾਲ ਭਰੇ ਰਹਿੰਦੇ ਨੇ, ਆਪਣੇ ਨੈਣ ਨਕਸ਼ੀ ਦਿਨੇ ਰਾਤ ਵਹਿੰਦੇ ਰਹਿੰਦੇ ਨੇ। ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਪਏ। ਕੱਪੜ ਰੂਪ ਸੁਹਾਵਣਾ ਛੱਡ ਕੇ ਦੁਨੀਆ ਦੇ ਵਿੱਚ, ਇੱਥੇ ਹੀ ਛੱਡ ਕੇ ਜਾਣਾ ਇਹਨੂੰ, ਇਹਨੇ ਨਾਲ ਨਹੀਂ ਜਾਣਾ, ਤੇਰੀ ਸੁੰਦਰਤਾ ਨੇ ਨਾਲ ਨਹੀਂ ਜਾਣਾ, ਇਹ ਸਰੀਰ ਰੂਪੀ ਕੱਪੜੇ ਨੇ ਤੇਰੇ ਨਾਲ ਨਹੀਂ ਜਾਣਾ। ਰੋਜ਼ ਪੜ੍ਹਦੇ ਆ ਪਰ ਵਿਚਾਰਦੇ ਨਹੀਂ, ਆਤਮਾ ਦੀ ਪੜਚੋਲ ਨਹੀਂ ਕਰਦੇ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ, ਇਸ ਸੰਸਾਰ ਦੇ ਵਿੱਚ ਚਲੇ ਜਾਣਾ ਛੱਡ ਕੇ। ਛੱਡ ਦੁਨੀਆ ਅੰਦਰ ਜਾਵਣਾ, ਫਿਰ ਕੀ ਨਾਲ ਕੀ ਲੈ ਕੇ ਜਾਣਾ ਹੈ? ਮੰਦਾ ਚੰਗਾ, ਆਤਮਾ ਦੀ ਪੜਚੋਲ। ਮੰਦਾ ਚੰਗਾ ਆਪਣਾ, ਜਿਹੜੇ ਤੂੰ ਚੰਗੇ ਕਰਮ ਕੀਤੇ ਨੇ, ਜਿਹੜੇ ਤੂੰ ਮਾੜੇ ਕਰਮ ਕੀਤੇ ਨੇ, ਉਹ ਤੇਰੇ ਨਾਲ ਜਾਣਗੇ, ਕਰਮ ਤੇਰੇ ਨਾਲ ਜਾਣੇ ਨੇ। ਮੰਦਾ ਚੰਗਾ ਆਪਣਾ, ਜੋ ਤੂੰ ਆਪ ਕੀਤਾ ਹੈ, ਚੰਗੇ ਕਰਮ ਕੀਤੇ ਨੇ ਉਹਦਾ ਵੀ ਤੈਨੂੰ ਫਲ ਮਿਲਣਾ ਹੀ, ਤੇ ਮਾੜੇ ਕੀਤੇ ਨੇ ਉਹ ਵੀ ਜ਼ਰੂਰ ਧਿਆਨ ਰੱਖੀ ਮਿਲੇਗਾ। ਭਾਵੇਂ ਤੂੰ ਕਹੇ ਇਹ ਮਾੜਿਆਂ ਦਾ ਨਾ ਮਿਲੇ, ਸੀ ਜਦੋਂ ਚੰਗੇ ਕਰਮ ਕਰਦੇ ਆ ਨਾ, ਉਹਦੇ ਫਲਾਂ ਦਾ ਅਸੀਂ ਇੱਛਾ ਰੱਖਦੇ ਆ ਵੀ ਸਾਨੂੰ ਚੰਗੇ ਕਰਮ ਕੀਤੇ ਨੇ, ਇਹਦਾਂ ਦੀ ਆਸ ਤੇ ਅਸੀਂ ਰੱਖੀਏ। ਜਦੋਂ ਮਾੜਾ ਕਰਮ ਕੀਤੇ ਕਰੀਏ, ਉਹਦੇ ਕਰਮਾਂ ਦੀ ਆਸ ਨਹੀਂ ਰੱਖਦੇ ਵੀ ਮਾੜੇ ਦੇ ਵੀ ਫਲ ਨਾ ਮਿਲੇ। ਮਾੜੇ ਵਾਸਤੇ ਤੇ ਕਹਿੰਦੇ ਆ ਲੁਕੋ ਦਈਏ, ਛੁਪਾ ਦਈਏ, ਇਹਨਾਂ ਨੂੰ ਪਤਾ ਨਾ ਲੱਗੇ। ਮੇਰੇ ਸਾਹਿਬ ਜੀ ਕਹਿੰਦੇ ਨੇ ਦੋਵੇਂ ਕਰਮਾਂ ਦਾ, ਜੇ ਤੂੰ ਚੰਗਾ ਕਰਮ ਕੀਤਾ ਮਤ ਡੋਲੀ ਕਿ ਤੈਨੂੰ ਇਹ ਚੰਗੇ ਕਰਮਾਂ ਦਾ ਫਲ ਨਹੀਂ ਮਿਲਣਾ, ਤੈਨੂੰ ਮਿਲੇਗਾ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵਦੇ। ਜਦੋਂ ਹੁਕਮਰਾਨ ਹਾਕਮ ਇੱਕ ਚੇਅਰ ਤੇ ਬੈਠਦਾ ਹੈ ਤੇ ਉਹਦਾ ਹੁਕਮ ਚੱਲਦਾ ਹੈ, ਉਹਦੀ ਕਲਮ ਦੇ ਵਿੱਚ ਇੰਨੀ ਤਾਕਤ ਹੈ, ਉਹਦੇ ਸਾਈਨ ਚੱਲਦੇ ਨੇ, ਤੇ ਜਦੋਂ ਫਾਈਲ ਵੇਖੇ ਸਾਈਨ ਕਰੇ ਤੇ ਵੇਖ ਲਵੇ, ਪੜਚੋਲ ਕਰ ਲਵੇ, ਮੈਂ ਠੀਕ ਸਾਈਨ ਕਰਦਾ ਪਿਆ ਕਿ ਗਲਤ ਹੈ ਨਹੀਂ, ਮੈਂ ਜੋ ਕਰਨ ਲੱਗਾ ਇਹਦੇ ਵਿੱਚ ਸੱਚਾਈ ਹੈ, ਜੋ ਮੈਂ ਬੋਲਣ ਲੱਗਾ, ਆਰਡਰ ਦੇਣ ਲੱਗਾ, ਇਹਦੇ ਵਿੱਚ ਸੱਚਾਈ ਹੈ ਕਿ ਨਹੀਂ। ਮੇਰੇ ਸਾਹਿਬ ਜੀ ਕਹਿੰਦੇ ਨੇ ਹੁਕਮ ਕੀਏ ਮਨ ਭਾਵਦੇ। ਪਰ ਜੇ ਤੂੰ ਮਨ ਭਾਉਂਦਾ, ਆਪਣੇ ਤੇਰੇ ਮਨ ਵਿੱਚ ਆਇਆ, ਤੂੰ ਡਿਸੀਜਨ ਲੈ ਲਿਆ, ਸਹੀ ਨਹੀਂ ਲਿਆ, ਫਿਰ ਅੱਗੇ ਮੇਰੇ ਪਾਤਸ਼ਾਹ ਵੇਖੋ ਕੀ ਕਹਿੰਦੇ ਨੇ, ਹੁਕਮ ਕੀਏ ਮਨ ਭਾਵਦੇ ਰਾਹ
ਭੀੜੈ ਅੱਗੇ ਜਾਵਣਾ, ਤੈਨੂੰ ਅੱਗੇ ਭੀੜਾ ਰਾਹ ਮਿੰਸ ਤੈਨੂੰ ਜੰਮਣਾ ਪੈਣਾ ਹੀ। ਆਵਾ ਗਾਉਣ ਦੀ ਖੇਡ ਫਿਰ ਚੱਲ ਹੋ ਜਾਣੀ ਓ, ਰਾਹ ਭੀੜੈ ਅੱਗੇ ਜਾਵਣਾ। ਜਦੋਂ ਅੱਗੇ ਜਾਏਗਾ ਰੱਬ ਦੇ ਘਰ ਵਿੱਚ ਜਾਏਗਾ, ਨੰਗਾ ਦੋ ਜਗ ਚਾਲਿਆ, ਤੇ ਜਿਹੜੇ ਤੂੰ ਮਾੜੇ ਕਰਮ ਕੀਤੇ ਨੇ ਸਾਰੇ ਤੇਰੇ ਸਾਹਮਣੇ ਅੱਗੇ ਨਮੈਸ਼ ਵਾਂਗੂ ਰੱਖ ਦਿੱਤੇ ਜਾਣਗੇ। ਤੇਰੇ ਸਾਹਮਣੇ ਇੱਕ ਨਮੈਸ਼ ਖੜੀ ਹੋ ਜਾਏਗੀ। ਜਿੰਨੇ ਤੂੰ ਮਾੜੇ ਕਰਮ ਕੀਤੇ ਨੇ ਨਾ, ਤੇਰੇ ਸਾਹਮਣੇ ਉਹ ਨੰਗੇ ਕਰਕੇ ਰੱਖ ਦਿੱਤੇ ਜਾਣਗੇ। ਤੇ ਜਦੋਂ ਸਾਰੇ ਤੂੰ ਕਰਮ ਵੇਖੇਗਾ ਨਾ, ਕਈ ਵਾਰੀ ਅਸੀਂ ਮਾੜੇ ਕਰਮ ਕਰਦੇ ਆ ਤੇ ਭੁੱਲ ਜਾਂਦੇ ਆ। ਚੰਗਾ ਕੰਮ ਕੀਤਾ ਹੋਵੇ ਤੇ ਉਹਨੂੰ ਯਾਦ ਰੱਖਦੇ ਆ ਵੀ ਫਲਾਣੇ ਥਾਂ ਤੋਂ ਮੈਨੂੰ ਧੰਨਵਾਦ ਨਹੀਂ ਆਇਆ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਮਾੜਾ ਕੰਮ ਕੀਤਾ ਹੋਵੇ ਤੇ ਉਹਨੂੰ ਭੁੱਲ ਜਾਂਦੇ ਆ, ਮਿੱਟੀ ਪਾ ਦਿੰਦੇ ਆ। ਸਾਹਿਬ ਜੀ ਕਹਿੰਦੇ ਨੇ ਜਿਹੜੇ ਤੂੰ ਮਾੜੇ ਕਰਮ ਕੀਤੇ ਹੋਏ ਨੇ ਉਹ ਨਮਾਇਸ਼ ਵਾਂਗੂ ਤੇਰੇ ਸਾਹਮਣੇ ਹੋਣਗੇ, ਤੇਰੇ ਸਾਹਮਣੇ ਖੜੇ ਕਰ ਦਿੱਤੇ ਜਾਣਗੇ। ਤੈਨੂੰ ਕਿਹਾ ਜਾਏਗਾ ਵੇਖ ਬਈ ਆ ਸਾਰੇ ਕੰਮ ਤੂੰ ਹੀ ਕੀਤੇ ਨੇ। ਤੇ ਜਦੋਂ ਤੂੰ ਅੱਖਾਂ ਆਪਣੀਆਂ ਨਾਲ ਵੇਖੇਗਾ ਫਿਰ ਡਰ ਜਾਏਗਾ, ਫਿਰ ਪਛਤਾਪ ਕਰੇਗਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਭੀੜੈ ਅੱਗੇ ਜਾਵਣਾ। ਨੰਗਾ ਦੋ ਜਗ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਫਿਰ ਕੀ ਹੋਵੇਗਾ? ਔਗਣ ਕਰਕੇ ਪਛੋਂ ਤਾਵਣਾ, ਤੇ ਔਗਣ ਕਰਕੇ ਪਛਤਾਪ ਜੇ ਤੂੰ ਫਿਰ ਉੱਥੇ ਕਰੇਗਾ ਤੇ ਚਿੜੀਆਂ ਦੇ ਖੇਤ ਚੁਗ ਚੁੱਕੀਆਂ ਨੇ। ਹੁਣ ਜੇ ਕੋਈ ਕਿਸਾਨ ਕਿਸਾਨੀ ਕਰੇ, ਬੀਜ ਪਾ ਆਵੇ ਤੇ ਧਿਆਨ ਨਾ ਰੱਖੇ, ਚਿੜੀਆਂ ਬੀਜ ਚੁਗ ਜਾਣ ਤੇ ਫਿਰ ਉੱਥੇ ਆਵਾਜ਼ਾਂ ਦਿੰਦਾ ਰਵੇ, ਪਛਤਾਪ ਕਰਦਾ ਰਵੇ, ਅੱਖਾਂ ਮਲਦਾ ਰਵੇ, ਚਿੜੀਆਂ ਨੇ ਮੁੜ ਕੇ ਬੀਜ ਤੇ ਸੁੱਟਣ ਨਹੀਂ ਆਉਣਾ। ਉਹਨਾਂ ਨੇ ਮੁੜ ਕੇ ਤੇਰੇ ਰੋਣ ਕੁਰਲਾਉਣ ਦੇ ਨਾਲ ਖੇਤ ਵਿੱਚ ਬੀਜ ਪਾਉਣ ਨਹੀਂ ਆਉਣਾ। ਮਨੁੱਖ ਜੇ ਤੂੰ ਇਸ ਵਿਕਾਰਾਂ ਵਿੱਚ ਡੁੱਬ ਕੇ ਨਸ਼ਿਆਂ ਵਿਸ਼ਿਆਂ ਵਿੱਚ ਆਪਣਾ ਇਸ ਮਨੁੱਖਾ ਜਨਮ ਨੂੰ ਗਵਾ ਲਿਆ, ਮੁੜ ਕੇ ਤੈਨੂੰ ਇਹ ਮਨੁੱਖਾ ਜਨਮ ਨਹੀਂ ਮਿਲਣਾ। ਮੁੜ ਕੇ ਤੇ ਆਵਾ ਗਾਉਣ ਦਾ ਜੰਮਣ ਮਰਨ ਦਾ ਗੇੜ ਪਿਆ ਹੋਇਆ ਹੈ। ਇਸ ਕਰਕੇ ਮੇਰੇ ਸਾਹਿਬ ਜੀ ਕਹਿ ਰਹੇ ਨੇ ਅੱਜ ਦੇ ਹੁਕਮ ਦੇ ਵਿੱਚ, ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਦੇ ਵਿੱਚ ਕਹਿੰਦੇ ਨੇ, ਆਤਮ ਚੀਨ ਮੈਂ ਆਪਣੀ ਆਤਮਾ ਨੂੰ ਚੀਨਿਆ, ਮਿੰਸ ਪਰਖਿਆ ਹੈ, ਪੜਚੋਲਿਆ ਹੈ ਕਿ ਮੇਰੀ ਆਤਮਾ ਹੈ ਕਿ ਮੈਂ ਆਪਣੇ ਆਪ ਦੀ ਪੜਚੋਲ ਕੀਤੀ ਹੈ। ਮੇਰੇ ਸਮੇਤ ਆਪਾਂ ਜਿੰਨੇ ਵੀ ਬੈਠੇ ਆ, ਅਸੀਂ ਆਪਣੀ ਪੜਚੋਲ ਨਹੀਂ ਕਰਦੇ। ਹੋਰ ਚੀਜ਼ਾਂ ਦੀ ਬੜੀ ਸੰਸਾਰ ਦੇ ਵਿੱਚ ਪੜਚੋਲ ਹੋਈ ਹੈ, ਹੋਰ ਚੀਜ਼ਾਂ ਦੇ ਬੜੀ ਰਿਸਰਚ ਕੀਤੀ ਗਈ ਹੈ, ਬੜੀ ਪੜਚੋਲ ਕਰਦੇ ਆ, ਪਰ ਆਪਣੇ ਆਪ ਦੀ ਪੜਚੋਲ ਨਹੀਂ ਕੀਤੀ ਕਿ ਬੰਦਿਆ ਤੂੰ ਹੈ ਕੀ ਹੈ। ਵਿਸ਼ਤਾ ਅਸਤ ਰਕਤ ਪਰੇਠੇ ਚਾਮ, ਪੜਚੋਲ ਕਰਕੇ ਵੇਖਦੇ ਸਹੀ। ਵਿਸ਼ਤਾ ਤੇਰੇ ਅੰਦਰ ਕੀ ਭਰਿਆ ਪਿਆ? ਵਿਸ਼ਤਾ ਗੰਦਗੀ, ਅਸਤ ਹੱਡੀਆਂ, ਰਕਤ ਜਿਹੜੇ ਆਪਣੇ ਤਨ ਦੇ ਉੱਤੇ ਬੜਾ ਮਾਣ ਕਰਦੇ ਨੇ ਉਹ ਵੀ ਧਿਆਨ ਦਿਆ। ਜਿਹੜੇ ਆਪਣ ਸੁਹਾਪਣ ਤੇ ਆਪਣੀ ਸੁੰਦਰਤਾ ਤੇ ਬੜਾ ਮਾਣ ਕਰਦੇ ਨੇ, ਧਿਆਨ ਦਿਆ ਜੇ। ਮੇਰੇ ਪਾਤਸ਼ਾਹ ਕਹਿੰਦੇ ਨੇ ਵਿਸ਼ਤਾ ਗੰਦਗੀ, ਅੰਦਰ ਗੰਦਗੀ ਭਰੀ ਪਈ ਹੈ। ਅਸਤ ਹੱਡੀਆਂ ਨੇ, ਰਕਤ ਲਹੂ ਹੈ, ਮੇਜ ਹੈ, ਤੇ ਉੱਤੇ ਚਿੱਟਾ ਚਾਮਿਆ ਹੈ। ਕੀ ਹੋਇਆ? ਉੱਤੇ ਚਿੱਟਾ ਚੰਮ ਚੜਿਆ ਹੋਇਆ, ਚਿੱਟਾ ਚੰਮ ਰੂਪੀ ਕੱਪੜਾ ਪਾਇਆ ਹੋਇਆ ਹੈ ਤੇ ਅੰਦਰ ਗੰਦਗੀ ਹੈ ਨਾ, ਹੈ ਤੇ ਅੰਦਰ ਮੈਲ ਹੀ ਹੈ ਨਾ। ਅੰਦਰ ਤੇ ਕੋਈ ਇਹੋ ਕੁਝ ਹੀ ਭਰਿਆ ਹੋਇਆ ਹੈ ਨਾ, ਪਰ ਉੱਤੇ ਚਿੱਟਾ ਚੰਮ ਜੜਿਆ ਹੋਇਆ ਹੈ। ਆਤਮਾ ਦੀ ਪੜਚੋਲ ਕਰਨੀ, ਆਪਣੇ ਆਪ ਦੀ ਪੜਚੋਲ ਬੰਦੇ ਨੇ ਅੱਜ ਤੱਕ ਕੀਤੀ ਹੋਈ ਨਹੀਂ। ਆਪਣੇ ਆਤਮਾ ਦੀ ਪੜਚੋਲ ਕਿਵੇਂ ਕਰਨੀ ਹੈ? ਵਿਸ਼ਤਾ ਅਸਤ ਰਕਤ, ਵਿਸ਼ਤਾ ਗੰਦਗੀ, ਅਸਤ ਹੱਡੀਆਂ। ਜੇਕਰ ਪਸ਼ੂ ਦਾ ਪਿੰਜਰਾ ਪਿਆ ਹੋਵੇ ਤੇ ਬੰਦੇ ਨੂੰ ਡਰ ਨਹੀਂ ਲੱਗਦਾ। ਜੇਕਰ ਬੰਦੇ ਨੂੰ ਬੰਦੇ ਦਾ ਪਿੰਜਰਾ ਸਾਹਮਣੇ ਪਿਆ ਹੋਵੇ ਤੇ ਬੰਦਾ ਡਰ ਜਾਂਦਾ ਹੈ। ਬੰਦੇ ਦਾ ਪਿੰਜਰਾ ਵੇਖ, ਪਸ਼ੂ ਦਾ ਪਿੰਜਰਾ ਪਿਆ ਹੋਵੇ ਤੇ ਬੰਦੇ ਨੂੰ ਡਰ ਨਹੀਂ ਲੱਗਦਾ, ਪਰ ਬੰਦੇ ਦਾ ਪਿੰਜਰਾ ਬੰਦਾ ਜਦੋਂ ਵੇਖਦਾ ਹੈ ਉਸ ਪਿੰਜਰੇ ਨੂੰ ਵੇਖ ਕੇ ਡਰ ਲੱਗਦਾ ਹੁੰਦਾ, ਸਹਿਮਦਾ ਹੁੰਦਾ ਹੈ। ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਨਰੋ ਮਰੈ ਨਰ ਕਾਮ ਨਾ ਆਵੇ। ਆਪਣੇ ਆਤਮਾ ਦੀ ਪੜਚੋਲ ਕਰਨੀ ਹੈ। ਨਰੋ ਮਰੈ, ਨਰੋ ਮਰੈ ਨਰ ਕਾਮ ਨਾ ਆਵੇ। ਨਰ ਕਹਿੰਦੇ ਨੇ ਮਨੁੱਖ ਨੂੰ ਮਰ ਜਾਵੇ, ਉਹ ਕਿਸੇ ਕੰਮ ਨਹੀਂ ਆਉਂਦਾ। ਅੱਜ ਸਾਇੰਸ ਕਹਿੰਦੀ ਹੈ, ਪੜ੍ਹੀ ਲਿਖੀ ਜਿਹੜੀ ਪਨੀਰੀ ਆ, ਕਹਿੰਦੇ ਭਾਈ ਤੂੰ ਕਿਵੇਂ ਕਹਿ ਦਿੱਤਾ ਵੀ ਬੰਦਾ ਮਰੇ, ਕਿਵੇਂ ਅਰਥ ਕਰਨੇ ਆ? ਨਰੋ ਮਰੈ ਨਰ ਕਾਮ ਨਾ ਆਵੇ, ਪਰ ਪਸ਼ੂ ਮਰੈ 10 ਕਾਜ ਸਵਾਰੈ। ਜਦੋਂ ਪਸ਼ੂ ਮਰਦਾ ਹੈ ਉਹ 10 ਕੰਮ ਸਵਾਰ ਦਿੰਦਾ ਹੈ।
ਪਸ਼ੂ ਮਰੇ ਤੇ ਉਹਦੇ ਚਮੜੇ ਦੇ ਜੋੜੇ ਬਣ ਜਾਂਦੇ ਨੇ, ਪਸ਼ੂ ਮਰੇ ਤੇ ਉਹਦਾ ਹੱਡ ਕਈ ਕੰਮ ਆ ਜਾਂਦੇ ਨੇ, ਪਸ਼ੂ ਮਰੇ ਤੇ ਉਹਦਾ ਮਾਸ ਹੋਰ ਜਾਨਵਰ ਖਾ ਜਾਂਦੇ ਨੇ, ਉਹਨਾਂ ਦਾ ਢਿੱਡ ਭਰ ਜਾਂਦਾ। ਹੁਣ ਬੰਦਾ ਮਰਿਆ ਤੇ ਕਿਸੇ ਕੰਮ ਨਾ ਆਇਆ, ਇਹਦੇ ਅਰਥ ਇਸ ਤਰ੍ਹਾਂ ਇੱਕ ਵਾਰੀ ਮੈਂ ਵੇਖ ਲੈ, ਇੱਕ ਵਾਰੀ ਥੋੜਾ ਜਿਹਾ ਹੋਰ ਥੋੜਾ ਜਿਹਾ ਡੰਗਾਈ ਵਿੱਚ ਜਾਈਏ। ਨਰੂ ਮਰੈ ਨਰ ਕਾਮ ਨਾ ਆਵੇ, ਜਦੋਂ ਮਨੁੱਖ ਦੇ ਅੰਦਰੋਂ ਮਨੁੱਖਤਾ ਮਰ ਜਾਂਦੀ ਹੈ। ਧਿਆਨ ਦਿਆ ਜੀ, ਹੁਣ ਥੋੜੀ ਜਿਹੀ ਬਰੀਕੀ ਵਿੱਚ ਜਾਵਾਂਗੇ ਤੇ ਬਿਲਕੁਲ ਕਲੀਅਰ ਹੋ ਜਾਣਗੇ ਅੱਜ ਦੀ ਸਾਇੰਸ ਦੇ ਹਿਸਾਬ ਨਾਲ। ਜਦੋਂ ਮਨੁੱਖ ਦੇ ਅੰਦਰੋਂ ਮਨੁੱਖਤਾ ਮਰ ਜਾਂਦੀ ਹੈ, ਨਰੂ ਮਰੈ ਨਰ ਕਾਮ ਨਾ ਆਵੇ, ਜਦੋਂ ਮਨੁੱਖ ਦੇ ਅੰਦਰ ਮਨੁੱਖਤਾ ਮਰ ਜਾਂਦੀ ਹੈ ਉਹ ਫਿਰ ਕਿਸੇ ਦੇ ਕੰਮ ਨਹੀਂ ਆਉਂਦਾ। ਜਿੰਨਾ ਚਿਰ ਮਨੁੱਖ ਦੇ ਅੰਦਰ ਮਨੁੱਖਤਾ ਹੈ, ਮਨੁੱਖਾਂ ਵਾਲਾ ਉਹਦਾ ਸੁਭਾਅ ਹੈ, ਉਹ ਆਪਦਾ ਵੀ ਭਲਾ ਕਰਦਾ ਹੈ ਤੇ ਦੂਸਰਾ ਦਾ ਵੀ ਭਲਾ ਕਰਦਾ ਹੈ। ਉਹ ਰੋਜ਼ ਹੀ ਕਹੀ ਜਾਂਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਮੰਗਦਾ ਹੈ, ਕਿਉਂਕਿ ਉਹਦੇ ਵਿੱਚ ਮਨੁੱਖਤਾ ਹੈ, ਮਨੁੱਖਾਂ ਵਾਲਾ ਸੁਭਾਅ ਹੈ, ਉਹ ਮਨੁੱਖਾਂ ਵਾਲਾ ਜੀਵਨ ਜੀ ਰਿਹਾ ਹੈ। ਨਰੂ ਮਰੈ ਨਰ ਕਾਮ ਨਾ ਆਵੇ, ਪਰ ਜਦੋਂ ਮਨੁੱਖਤਾ ਵਾਲਾ ਸੁਭਾਅ ਮਰ ਜਾਂਦਾ ਹੈ, ਜਦੋਂ ਉਹਦੇ ਅੰਦਰੋਂ ਮਨੁੱਖਤਾ ਨਹੀਂ ਰਹਿੰਦੀ, ਉਦੋਂ ਫਿਰ ਅਸ਼ਲੀਲ ਹਰਕਤਾਂ ਕਰਦਾ ਹੈ। ਫਿਰ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਪਸ਼ੂ ਮਰੈ, ਪਸ਼ੂ ਮਰੈ ਤੋਂ ਭਾਵ ਹੈ ਜਦੋਂ ਉਹਦੇ ਅੰਦਰ ਪਸ਼ੂ ਬਿਰਤੀ ਹੈ। ਹੁਣ ਕਦੇ ਅਸੀਂ ਕਹਿੰਦੇ ਆ ਨਾ ਵੀ ਬੰਦਾ ਹੈ ਕਿ ਪਸ਼ੂ ਹੈ। ਹੁਣ ਜਿੰਨਾ ਚਿਰ ਪਸ਼ੂ ਬਿਰਤੀ ਹੈ ਉਹਨਾਂ ਚਿਰ ਉਹ ਕਿਸੇ ਦਾ ਭਲਾ ਨਹੀਂ ਕਰ ਸਕਦਾ। ਜਦੋਂ ਪਸ਼ੂਆਂ ਵਾਲੀ ਬਿਰਤੀ ਉਹਦੀ ਬਦਲ ਜਾਂਦੀ ਹੈ, ਜਦੋਂ ਉਹਨੂੰ ਗੁਰੂ ਦੀ ਸਮਝ ਆ ਜਾਂਦੀ ਹੈ, ਆਪਣੀ ਆਤਮਾ ਦੀ ਪੜਚੋਲ ਕਰ ਲੈਂਦਾ ਹੈ, ਉਹਨੂੰ ਪਤਾ ਲੱਗ ਜਾਂਦਾ ਮੈਂ ਤੇ ਮਨੁੱਖਾ ਜਨਮ, ਮੈਨੂੰ ਤੇ ਮਨੁੱਖਾ ਜਨਮ ਮਿਲਿਆ। ਅਸੀਂ ਰੋਜ਼ ਪੜ੍ਹਦੇ ਨਾ ਕਰਤੋਤ ਪਸ਼ੂ ਕੀ, ਆਤਮਾ ਦੀ ਪੜਚੋਲ ਕਰਨੀ ਹੈ। ਕਰਤੋਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੈ ਦਿਨ ਰਾਤ। ਕਰਤੂਤਾਂ ਪਸ਼ੂਆਂ ਵਾਲੀਆਂ, ਜਨਮ ਮਨੁੱਖਾਂ ਵਾਲਾ। ਮੇਰੇ ਸਾਹਿਬ ਜੀ ਕਹਿੰਦੇ ਨੇ ਨਰੂ ਮਰੈ ਨਰ ਕਾਮ ਨਾ ਆਵੇ, ਜਦੋਂ ਮਨੁੱਖ ਦੇ ਅੰਦਰ ਮਨੁੱਖਤਾ ਮਰ ਜਾਂਦੀ ਹੈ ਉਹ ਫਿਰ ਕਿਸੇ ਦੇ ਕੰਮ ਨਹੀਂ ਆਉਂਦਾ। ਪਰ ਜਦੋਂ ਉਹਦੇ ਅੰਦਰ ਮਨੁੱਖਤਾ ਰਵੇ, ਜਦੋਂ ਉਹਦੇ ਅੰਦਰੋਂ ਪਸ਼ੂ ਬਿਰਤੀ ਖਤਮ ਹੋ ਜਾਵੇ, ਉਹ ਫਿਰ ਸਰਬੱਤ ਦਾ ਹੀ ਭਲਾ ਮੰਗਦਾ ਹੈ। ਪਰ ਜਦੋਂ ਉਹਦੇ ਅੰਦਰ ਪਸ਼ੂ ਬਿਰਤੀ ਆ ਜਾਵੇ, ਉਹ ਨਾ ਆਪਣਾ ਵੇਖਦਾ ਨਾ ਪਰਾਇਆ ਵੇਖਦਾ। ਹੁਣ ਪਸ਼ੂ ਜਿਹੜਾ ਹੈ ਨਾ, ਉਹ ਨਹੀਂ ਵੇਖਦਾ ਕਿ ਮੇਰੀ ਮਾਂ ਹੈ, ਮੇਰੀ ਭੈਣ ਹੈ, ਉਹਨੂੰ ਕੋਈ ਪਤਾ ਨਹੀਂ ਹੈ ਕਿ ਭਾਈ ਪਸ਼ੂ ਹੈ। ਤੇ ਜਿਹੜੇ ਅੰਦਰ ਜਿਸ ਦੇ ਮਨੁੱਖ ਦੇ ਅੰਦਰ ਪਸ਼ੂ ਬਿਰਤੀ ਭਰ ਗਈ ਹੈ, ਜਿਹੜਾ ਇਹ ਸੰਸਾਰ ਵਿੱਚ ਕੁਝ ਵੇਖ ਨਹੀਂ ਰਿਹਾ ਨਾ, ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਵਿੱਚ ਤੇ ਇਸ ਮਨੁੱਖ ਵਿੱਚ ਪਸ਼ੂਆਂ ਦਾ ਕੋਈ ਫਰਕ ਨਹੀਂ ਹੈ, ਕਿਉਂਕਿ ਇਹਦੀ ਬਿਰਤੀ ਪਸ਼ੂਆਂ ਵਾਲੀ ਬਣ ਗਈ ਹੈ। ਇਹ ਆਤਮਾ ਦੀ ਪੜਚੋਲ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਇਹ ਆਤਮਾ ਦੀ ਪੜਚੋਲ ਹੋ ਰਹੀ ਹੈ, ਤੇ ਜਿਸਨੇ ਆਪਣੇ ਆਤਮਾ ਦੀ ਪੜਚੋਲ ਕੀਤੀ ਹੈ, ਗੁਰੂ ਜੀ ਕਿਰਪਾ ਸਦਕੇ ਆਤਮਾ ਦੀ ਪੜਚੋਲ ਹੁੰਦੀ ਹੈ। ਸ਼ਬਦ ਕੀ ਕਹਿ ਰਿਹਾ ਹੈ ਅੱਜ ਦਾ ਲੜੀਵਾਰ? ਕਹਿੰਦਾ ਹੈ ਸਤਿਗੁਰ ਆਪਣੇ ਕੋਹ ਕੁਰਬਾਨੀ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ। ਪੁੱਛਿਆ ਕਿਉਂ? ਕਾਸ ਲਈ। ਕਈ ਵਾਰੀ ਅਸੀਂ ਕਿਉਂ ਕੁਐਸਚਨ ਖੜਾ ਕਰਦੇ ਨੇ, ਕਾਹਦੇ ਲਈ ਕੁਰਬਾਨ ਜਾਣਾ ਹੈ ਆਪਣੇ ਗੁਰੂ ਤੋਂ? ਸਵਾਲ ਦਾ ਜਵਾਬ ਮਿਲਿਆ, ਮੈਂ ਆਪਣੇ ਗੁਰੂ ਤੋਂ ਇਸ ਕਰਕੇ ਕੁਰਬਾਨ ਜਾਣਾ ਵਾਂ, ਆਪਣੇ ਗੁਰੂ ਦੀ ਕਿਰਪਾ ਸਦਕੇ ਮੈਂ ਆਪਣੀ ਆਤਮਾ ਨੂੰ ਪੜਚੋਲ ਲਿਆ ਹੈ। ਮੈਨੂੰ ਆਪਣੀ ਅਸਲੀਅਤ ਦਾ ਪਤਾ ਲੱਗ ਗਿਆ ਹੈ ਕਿ ਮੈਂ ਹੈ ਕੀ ਹਾਂ, ਮੇਰੇ ਅੰਦਰ ਕੀ ਹੈ। ਹੱਡੀਆਂ ਨੇ, ਮਿੱਝ ਹੈ, ਰੱਤ ਹੈ, ਗੰਦਗੀ ਨਾਲ ਭਰਿਆ ਹੈ, ਉਤੋਂ ਕੇਵਲ ਕਲਬੂਤ ਜਿਹੜਾ ਹੈ ਚਮੜੇ ਦਾ ਜੜਿਆ ਚਿੱਟਾ ਚਮ ਹੈ। ਹੁਣ ਮੈਨੂੰ ਇਹ ਪਤਾ ਲੱਗ ਗਿਆ ਹੈ, ਮੇਰੇ ਗੁਰੂ ਨੇ ਇਹ ਸੋਝੀ ਕਰਾ ਦਿੱਤੀ ਹੈ ਵੀ ਤੇਰੇ ਵਿੱਚ ਇਹ ਕੁਝ ਹੈਗਾ ਹੀ, ਤੇਰੇ ਵਿੱਚ ਆ ਕੁਝ ਹੈ, ਤੇ ਮੈਂ ਇਸ ਕਰਕੇ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਵਾਂ। ਮੈਂ ਤਾਂ ਰੋਜ਼ ਇਹ ਗਾਈ ਜਾ ਰਿਹਾ, ਹਾਂ ਕੁਰਬਾਨੀ ਗੁਰ ਆਪਣੇ, ਜਿਨ ਵਿਛੜਿਆ ਮਿਲਿਆ ਮੇਰਾ ਸਿਰਜਣਹਾਰਾ, ਜਿਸ ਨੇ ਮੈਨੂੰ ਸਿਰਜਣਹਾਰ ਪਰਮਾਤਮਾ ਦੇ ਨਾਲ ਮਿਲਾ ਦਿੱਤਾ। ਹੁਣ ਇੱਕ ਤੇ ਬੰਦਿਆਂ ਤੇਰਾ ਤੂੰ ਹੀ ਕੁਰਬਾਨ ਨਿਰਾ ਨਹੀਂ ਜਾਂਦਾ। ਜੇ ਕਿਧਰੇ ਤੂੰ ਗੁਰੂ ਤੋਂ ਕੁਰਬਾਨ ਜਾਵੇਂ ਨੇ, ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਵੀ ਤੇਰੇ ਤੋਂ ਕੁਰਬਾਨ ਜਾਂਦਾ ਹੈ।
ਕਿਉਂਕਿ ਦੋਵਾਂ ਦਾ ਜਿਹੜਾ ਹੈ ਨਾ, ਦੋਵਾਂ ਦਾ ਬਰਾਬਰਤਾ ਜਦੋਂ ਹੁੰਦੀ ਹੈ ਤੇ ਮਿਲਾਪ ਤਾਂ ਹੁੰਦਾ ਏ, ਪਿਆਰ ਤਾਂ ਪੈਂਦਾ ਏ। ਜੇ ਸਿੱਖਾ ਤੂੰ ਗੁਰੂ ਤੋਂ ਕੁਰਬਾਨ ਜਾਣਾ ਹੈ ਨਾ, ਤੈਨੂੰ ਆਪਣੀ ਆਤਮਾ ਨੂੰ ਤੋਂ ਪੜਚੋਲ ਲਿਆ, ਆਪਣੇ ਅੰਦਰ ਵੇਖ ਲਿਆ ਹੈ, ਝਾਤੀ ਮਾਰ ਲਈ ਹੈ, ਜਾਂ ਗੁਰੂ ਵੀ ਤੇਰੇ ਤੋਂ ਕੁਰਬਾਨ ਜਾਂਦਾ। ਕਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ, ਕੁਰਬਾਨੀ ਤਿਨਾ ਗੁਰ ਸਿੱਖਾਂ ਪਿਛਲ ਰਾਤੀ ਉੱਠ ਬਹੰਦੇ, ਕੁਰਬਾਨੀ ਤਿਨਾ ਗੁਰ ਸਿੱਖਾਂ ਅੰਮ੍ਰਿਤ ਵੇਲੇ ਸਰ ਨਾ ਵੰਦੇ। ਮੈਂ ਉਹਨਾਂ ਤੋਂ ਕੁਰਬਾਨ ਜਾਨਾ ਵਾਂ। ਜੇ ਗੁਰੂ ਦੇ ਸਿੱਖਾ ਤੂੰ ਆਪਣੇ ਗੁਰੂ ਤੋਂ ਸਦਕੇ ਕੁਰਬਾਨ ਜਾਨਾ ਹੈ, ਆਪਣਾ ਆਪ ਨਿਸ਼ਾਵਰ ਕਰਦਾ ਹੈ, ਤੇ ਗੁਰੂ ਵੀ ਕਹਿੰਦਾ ਸਿੱਖਾ ਮੈਂ ਵੀ ਤੇਰੇ ਤੋਂ ਆਪਣਾ ਆਪ ਨਿਸ਼ਾਵਰ ਕਰਦਾ। ਜਿਉਂ ਜੇ ਤੇਰੇ ਪੁੱਤਰ ਸਪੁੱਤਰ ਬਣ ਜਾਵੇ, ਆਪਣੇ ਪਿਤਾ ਦਾ ਕਹਿਣਾ ਮੰਨੇ, ਆਪਣਾ ਆਪ ਪਿਤਾ ਤੋਂ ਨਿਸ਼ਾਵਰ ਕਰ ਦੇਵੇ, ਤੇ ਪਿਓ ਵੀ ਕਹਿੰਦਾ ਪੁੱਤਰਾ ਸਾਰਾ ਕੁਝ ਹੈ ਤੇਰਾ ਹੀ ਹੈ, ਹੁਣ ਮੇਰਾ ਤੇ ਕੁਝ ਵੀ ਨਹੀਂ ਹੈ। ਇਹ ਅੱਜ ਵੀ ਤੇਰਾ ਹੀ, ਕੱਲ ਵੀ ਤੇਰਾ ਹੀ, ਹੁਣ ਵੀ ਤੇਰਾ ਹੀ ਤੇ ਪਲ ਵੀ ਤੇਰਾ ਹੀ, ਮੇਰਾ ਤੇ ਇਹਦੇ ਵਿੱਚੋਂ ਕੁਝ ਵੀ ਨਹੀਂ। ਜੇ ਸਿੱਖਾ ਤੂੰ ਆਪਣੇ ਗੁਰੂ ਤੋਂ ਕੁਰਬਾਨ ਜਾਵੇਂ, ਤੇ ਗੁਰੂ ਵੀ ਕਹਿੰਦਾ ਹੈ ਕੁਰਬਾਨੀ ਤਿਨਾ ਗੁਰ ਸਿੱਖਾਂ ਪਿਛਲ ਰਾਤੀ ਉੱਠ ਬਹੰਦੇ। ਜਿਹੜੇ ਪਹਿਰ ਰਾਤ ਰਹਿੰਦੇ ਆ, ਅੰਮ੍ਰਿਤ ਵੇਲੇ ਉੱਠ ਕੇ ਬਹਿ ਜਾਂਦੇ ਨੇ, ਇਸ਼ਨਾਨ ਜਲ ਨਾਲ ਕਰਦੇ ਨੇ, ਬਾਣੀ ਦੇ ਵਿੱਚ ਫਿਰ ਡੁੱਬੀਆਂ ਲਾਉਂਦੇ ਨੇ। ਗੁਰੂ ਕੀ ਬਾਣੀ ਦੇ ਵਿੱਚ ਫਿਰ ਤਨ ਦਾ ਇਸ਼ਨਾਨ ਪਾਣੀ ਨਾਲ ਕਰਕੇ, ਮਨ ਕਰਕੇ ਫਿਰ ਗੁਰਬਾਣੀ ਨਾਲ ਨਹਾਉਂਦੇ ਨੇ। ਫਿਰ ਮਨ ਦੀ ਮੈਲ ਉਹ ਗੁਰੂ ਦੇ ਸ਼ਬਦ ਦੀ ਵਿਚਾਰ ਦੁਬਾਰਾ ਲਾਉਂਦੇ ਨੇ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਵਿਚਾਰ ਦੇ ਨਾਲ ਵਡਿਆਈ ਕਰਕੇ ਉਹ ਫਿਰ ਉਸ ਮਾਲਕ ਦੇ ਜਦੋਂ ਗੁਣ ਗਾਉਂਦੇ ਨੇ ਨਾ, ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਵੀ ਸਿੱਖਾ ਤੇਰੇ ਤੋਂ ਕੁਰਬਾਨ ਆ। ਕੁਰਬਾਨੀ ਤਿਨਾ ਗੁਰ ਸਿੱਖਾਂ ਇੱਕ ਮਨ ਹੋਏ, ਇੱਕ ਮਨ ਗੁਰ ਜਾਪ ਜਪੰਦੇ। ਹੋਏ ਇੱਕ ਮਨ, ਇੱਕ ਮਨ ਹੋ ਕੇ। ਹੁਣ ਗੁਟਕਾ ਸਾਹਿਬ ਤੇ ਮੈਂ ਵੀ ਲੈ ਕੇ ਬੈਠਾ ਹੁੰਦਾ, ਹੋਰ ਵੀ ਲੈ ਕੇ ਬੈਠੇ ਹੁੰਦੇ ਨੇ, ਪਰ ਗੁਟਕਾ ਹੱਥ ਵਿੱਚ ਹੁੰਦਾ ਏ ਤੇ ਮਨ ਕਿਧਰੇ ਹੁੰਦਾ ਏ। ਬਾਣੀ ਪੜ੍ਹਦੇ ਹੁੰਦੇ ਆ ਤੇ ਖਿਆਲ ਕਿਧਰੇ ਤੁਰਿਆ ਫਿਰਦਾ ਹੁੰਦਾ ਏ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਤੂੰ ਇੱਕ ਮਨ ਹੋ ਕੇ, ਜੇ ਗੁਰਦੁਆਰੇ ਆ ਕੇ ਬੈਠਾ ਹੋਵੇਂ, ਤੇਰਾ ਖਿਆਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੋਵੇ, ਹੋਰ ਕਿਧਰੇ ਨਾ ਚਲੇ ਜਾਵੇ। ਕੁਰਬਾਨੀ ਤਿਨਾ ਗੁਰ ਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ। ਫੇਰ ਜੀ ਕੁਰਬਾਨੀ ਤਿਨਾ ਗੁਰ ਸਿੱਖਾਂ ਸਾਧ ਸੰਗਤ ਵਿੱਚ ਚੱਲ ਜਾਏ ਬਹੰਦੇ। ਤੁਹਾਡੇ ਤੋਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੁਰਬਾਨ ਜਾ ਰਹੇ ਨੇ। ਆਪਣੇ ਤੋਂ ਸਾਰਿਆਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਦਕੇ ਜਾਂਦੇ ਨੇ। ਜਿਹੜੇ ਸੰਗਤ ਵਿੱਚ ਆਉਂਦੇ ਨੇ ਤੇ ਸੰਗਤ ਵਿੱਚ ਮਿਲ ਕੇ ਆ ਕੇ ਗੁਰੂ ਦੇ ਗੁਣਾਂ ਨੂੰ ਸੁਣਦੇ, ਜਿਹੜੇ ਸੰਗਤ ਵਿੱਚ ਆ ਕੇ ਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ, ਜਿਹੜੇ ਸੰਗਤ ਵਿੱਚ ਮਿਲ ਕੇ ਉਸ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਨੇ। ਮੇਰੇ ਪਾਤਸ਼ਾਹ ਕਹਿੰਦੇ ਨੇ ਸਿੱਖਾ ਜੇ ਤੂੰ ਮੇਰੇ ਤੋਂ ਕੁਰਬਾਨ ਜਾਣਾ ਹੈ ਨਾ, ਉਹ ਮੈਂ ਵੀ ਤੇਰੇ ਤੋਂ ਦਿਨੇ ਰਾਤ ਕੁਰਬਾਨ ਜਾਣਾ। ਜੇ ਤੂੰ ਮੇਰੇ ਤੋਂ ਸਦਕੇ ਜਾਣਾ ਹੈ ਤੇ ਮੈਂ ਵੀ ਤੇਰੇ ਤੋਂ ਸਦਕੇ ਜਾਣਾ ਵਾ। ਇਹ ਤੇ ਹੁਣ ਹੋ ਗਈ ਨਾ ਗੱਲ ਬਰਾਬਰ ਦੀ। ਪਰ ਗੁਰੂ ਪਿਆਰਿਓ, ਅਸੀਂ ਕਹਿੰਦੇ ਆ ਦਾਤਿਆ ਤੂੰ ਭਾਵੇਂ ਸਾਡੇ ਤੋਂ ਕੁਰਬਾਨ ਜਾਂਦਾ ਰਹਿ, ਨਾ ਜਾ ਤੇਰੀ ਮਰਜ਼ੀ, ਅਸੀਂ ਤੇ ਤੇਰੇ ਤੋਂ ਜਾਣਾ ਹੀ ਨਹੀਂ ਹੈ। ਤੇ ਜੇ ਤੂੰ ਕੁਰਬਾਨ ਨਹੀਂ ਹੋਵੇਂਗਾ, ਗੁਰੂ ਤੋਂ ਸਦਕੇ ਨਹੀਂ ਜਾਵੇਂਗਾ, ਤੇ ਗੁਰੂ ਨਾਲ ਤੇਰੀ ਨੇੜਤਾ ਕਿਵੇਂ ਬਣੇਗੀ। ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਸਤਿਗੁਰ ਆਪਣੇ ਕੋ ਕੁਰਬਾਨੀ। ਕੁਰਬਾਨ ਨਿਸ਼ਾਵਰ ਕਰਨਾ ਆਪਣੇ ਆਪ ਨੂੰ। ਹੋ ਕੁਰਬਾਨੀ ਤਿਨਾ ਉਹਨਾਂ ਤੋਂ ਜਿਹੜਾ ਅੰਮ੍ਰਿਤ ਵੇਲੇ ਬੈਂਦੇ ਨੇ, ਤੇ ਮੇਰੇ ਪੰਜ ਕੁਰਬਾਨ ਜਾਈ ਉਸ ਵੇਲਾ ਸੁਹਾਵੀ। ਮੈਂ ਤੇ ਉਸ ਵੇਲੇ ਤੋਂ ਵੀ ਕੁਰਬਾਨ ਜਾਣਾ, ਮੈਂ ਤੇ ਉਸ ਸਮੇਂ ਤੋਂ ਵੀ ਸਦਕੇ ਜਾਣਾ ਜਿਸ ਸਮੇਂ ਇਹ ਦਾਤਿਆ ਮੈਂ ਤੇਰੇ ਦਰ ਤੇ ਆਇਆ ਸਾਂ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੈ ਦਵਾਰੈ ਆਇਆ। ਇਹ ਸਮਾਂ ਵੀ ਸਫਲਾ ਹੈ ਜਦੋਂ ਮੈਂ ਤੇਰੇ ਦਰ ਤੇ ਆਇਆ। ਜਦੋਂ ਮੈਂ ਹੋਰ ਕਿਸੇ ਪਾਸੇ ਚਲੇ ਗਿਆ, ਮੇਰਾ ਸਮਾਂ ਵੀ ਅਸਫਲ ਹੋ ਗਿਆ, ਬੇਅਰਥ ਹੋ ਗਿਆ, ਕਿਸੇ ਵੀ ਅਰਥ ਨਹੀਂ ਆਇਆ। ਗੌਰ ਕੇ ਚਰਨ, ਤੇ ਜਦੋਂ ਸਫਲ ਸਮਾਂ ਹੋ ਜਾਵੇ ਨਾ, ਫਿਰ ਪਤਾ ਕੀ ਹੈ, ਗੌਰ ਕੇ ਚਰਨ ਉੱਪਰ ਮੇਰੇ ਮਾਥੇ, ਮੱਥੇ ਦੇ ਉੱਤੇ ਮੇਰੇ ਗੁਰੂ ਦੇ ਚਰਨ ਜਿਹੜੇ ਨੇ ਮੇਰੇ ਮੱਥੇ ਦੇ ਉੱਤੇ ਵਸ ਜਾਣ। ਹੁਣ ਧਿਆਨ ਦਿਆ ਜੇ, ਜਿਵੇਂ ਹੁਣ ਮੈਂ ਬੋਲਿਆ, ਜੇ ਇਹਦੇ ਅਰਥ ਆਪਾਂ ਐਵੇਂ ਕੀਤੇ ਤੇ ਗੱਲ ਨਹੀਂ ਬਣਨੀ, ਸਮਝ ਨਹੀਂ ਆਉਣੀ।
ਥੋੜਾ ਜਿਹਾ ਧਿਆਨ ਦੇਣਾ ਪੈਣਾ ਹੈ। ਗੁਰੂ ਨੂੰ ਪੁੱਛਣਾ ਪੈਣਾ ਹੈ, ਦਾਤਿਆ ਤੇਰੇ ਚਰਨ ਕਿਹੜੇ ਨੇ? ਨੇਤਰ ਪਨੀਤ ਪਨੀਤ ਪਵਿੱਤਰ। ਜਦੋਂ ਮੈਂ ਤੇਰੇ ਦੀਦਾਰ ਕਰਦਾ ਮੇਰੇ ਨੇਤਰ ਉਦੋਂ ਪਵਿੱਤਰ ਹੋ ਜਾਂਦੇ ਨੇ। ਤੇ ਜਦੋਂ ਮੈਂ ਤੇਰੇ ਦਰ ਤੇ ਆਵਾਂ, ਤੇਰੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਨੂੰ ਲੱਗਦੀ ਹੈ, ਮੇਰਾ ਮੱਥਾ ਪਵਿੱਤਰ ਹੋ ਜਾਂਦਾ ਹੈ। ਹੁਣ ਚਰਨ ਕਿਹੜੇ ਨੇ? ਹਿਰਦੈ ਚਰਨ ਸ਼ਬਦ ਸਤਿਗੁਰ ਕੋ। ਹੁਣ ਕਿਸੇ ਮਨੁੱਖ ਦੇ ਜਿਹੜੇ ਚਰਨ ਨੇ, ਚਰਨ ਮੀਨਸ ਪੈਰ ਦੇ, ਜਿਹੜੇ ਕਿਸੇ ਦੇ ਪੈਰ ਜਿਹੜੇ ਨੇ ਹਿਰਦੇ ਵਿੱਚ ਵਸਾਏ ਜਾ ਸਕਦੇ ਨਹੀਂ। ਹੁਣ ਜਿਹੜੇ ਚਰਨ ਨੇ ਇਹ ਪੈਰ ਨੇ, ਪੈਰ ਕਿਸੇ ਦੇ ਹਿਰਦੇ ਵਿੱਚ ਨਹੀਂ ਵਸਾਏ ਜਾ ਸਕਦੇ। ਹਾਂ, ਜੇ ਉਹ ਕੋਈ ਮਨੁੱਖ ਬੋਲਿਆ, ਉਸਨੇ ਜੇ ਸਾਨੂੰ ਚੰਗੀ ਸਲਾਹ ਕੋਈ ਦਿੱਤੀ ਹੈ, ਚੰਗਾ ਗੁਣ ਦਿੱਤਾ ਹੈ, ਬੰਦੇ ਦਾ ਫੇਸ ਭਾਵੇਂ ਸਾਡੇ ਦਿਮਾਗ ਵਿੱਚ ਨਾ ਆਵੇ, ਕਿਉਂਕਿ ਫੇਸ ਚੇਂਜ ਹੋ ਜਾਂਦਾ ਹੈ, ਪਰ ਉਹਦੇ ਬੋਲ ਜ਼ਰੂਰ ਕੰਨਾਂ ਵਿੱਚ ਚੱਲਦੇ ਰਹਿੰਦੇ ਨੇ, ਉਹਦੇ ਜ਼ਰੂਰ ਬੋਲ ਯਾਦ ਰਹਿੰਦੇ ਨੇ। ਫਲਾਣੇ ਸਮੇਂ ਤੇ ਫਲਾਣੇ ਨੇ ਫਲਾਣੀ ਗੱਲ ਮੈਨੂੰ ਕਹੀ ਸੀ। ਇੱਥੇ ਚਰਨ ਹੈ ਗੁਰੂ ਦਾ ਉਪਦੇਸ਼, ਇੱਥੇ ਚਰਨ ਹੈ ਗੁਰੂ ਦੀ ਸਿੱਖਿਆ। ਕਿਆ ਹਿਰਦੈ ਚਰਨ ਸ਼ਬਦ ਸਤਿਗੁਰ ਕੋ। ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ ਹਿਰਦੇ ਦੇ ਵਿੱਚ ਟਿਕਾਈ ਜਾ ਸਕਦੀ ਹੈ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਪਾਲ ਮੀਨਸ ਘੁੱਟ ਕੇ ਪੱਲੇ ਨਾਲ ਬੰਨ। ਪਹਿਲੀਆਂ ਸਾਡੀਆਂ ਮਾਤਾਵਾਂ ਬੀਬੀਆਂ ਜਿਹੜੀਆਂ ਬਜ਼ੁਰਗ ਪੁਰਾਤਨ ਸਮੇਂ ਦੀਆਂ ਹਨ, ਚੁੰਨੀ ਦੇ ਪੱਲੇ ਦੇ ਨਾਲ ਕੋਈ ਚੀਜ਼ ਮਿਲਣੀ ਤੇ ਘੁੱਟ ਕੇ ਬੰਨ ਲੈਣੀ। ਠੀਕ ਹੈ ਜੀ। ਅੱਜ ਹੁਣ ਨਹੀਂ ਬੰਦੀਆਂ, ਕਿਉਂਕਿ ਅੱਜ ਤੇ ਚੁੰਨੀਆਂ ਹੀ ਨਹੀਂ ਰਹਿ ਗਈਆਂ ਸਿਰ ਤੇ। ਉਹ ਕਿਉਂ? ਕਿ ਜਦੋਂ ਅਸੀਂ ਗੁਰਦੁਆਰੇ ਆਉਂਦੇ ਆ, ਉਦੋਂ ਆ ਕੇ ਅਸੀਂ ਉੱਥੇ ਕੱਪੜਾ ਲੱਭਦੇ ਆ। ਪਹਿਲੀਆਂ ਮਾਤਾਵਾਂ ਸਾਡੀਆਂ ਬੀਬੀਆਂ ਭੈਣਾਂ ਚੁੰਨੀਆਂ ਸਿਰ ਤੇ ਲਾਉਂਦੀਆਂ ਹੀ ਨਹੀਂ ਸਨ। ਬੁਰਾ ਨਾ ਮਨਾਇਓ ਮੇਰੀ ਗੱਲ ਦਾ, ਮੈਂ ਤੇ ਗੁਰੂ ਦੀ ਗੱਲ ਕਹਿ ਦਿੱਤੀ। ਕਿਉਂਕਿ ਮੇਰੇ ਸਾਹਿਬ ਜੀ ਕਹਿੰਦੇ ਨੇ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਇੱਥੇ ਹੁਣ ਚੁੰਨੀ ਦੀ, ਇੱਥੇ ਕੱਪੜੇ ਦੀ ਲੋੜ ਨਹੀਂ, ਇੱਥੇ ਹਿਰਦੇ ਦੇ ਵਿੱਚ ਗੁਰੂ ਦਾ ਸ਼ਬਦ ਘੁੱਟ ਕੇ ਬੰਨ ਲੈ। ਜਿਵੇਂ ਚੁੰਨੀ ਨਾਲ ਕਿਸੇ ਨੇ ਗੰਢ ਦੇ ਕੇ ਘੁੱਟ ਕੇ ਬੰਨ ਲਿਆ ਕੋਈ ਵਸਤੂ, ਤੇ ਜਦੋਂ ਕੋਈ ਚੀਜ਼ ਯਾਦ ਨਹੀਂ ਸੀ ਨਾ ਰਹਿੰਦੀ, ਉਹ ਗੰਢਾਂ ਵੀ ਬੀਬੀਆਂ ਦੇ ਲੈਂਦੀਆਂ ਸਨ ਚੁੰਨੀ ਦੇ ਨਾਲ। ਇੱਕ ਗੰਢ ਦੇ ਲਈ, ਦੋ ਗੰਢ ਦੇ ਦਿੱਤੀਆਂ। ਇਹ ਦੋ ਗੰਢਾਂ ਕਾਹਦੇ ਲਈ ਦਿੱਤੀਆਂ ਨੇ? ਕੋਈ ਕੰਮ ਸੀ, ਤੇ ਜਦੋਂ ਦੋ ਗੰਢਾਂ ਵੇਲੇ ਖਿਆਲ ਆਉਂਦਾ ਸੀ ਨਾ, ਫਿਰ ਖਿਆਲ ਆ ਜਾਂਦਾ ਫਲਾਣੇ ਨੇ ਫਲਾਣਾ ਕੰਮ ਫਲਾਣੇ ਟਾਈਮ ਕਰਨਾ ਹੈ। ਉਦੋਂ ਅਸੀਂ ਲਿਖਦੇ ਨਹੀਂ ਸੀ ਹੁੰਦੇ, ਉਦੋਂ ਗੰਢਾਂ ਹੀ ਕੰਮ ਕਰ ਜਾਂਦੀਆਂ ਸੀ। ਮੇਰੇ ਪਾਤਸ਼ਾਹ ਕਹਿੰਦੇ ਨੇ ਬੰਦਿਆ ਤੂੰ ਇਸ ਹਿਰਦੇ ਰੂਪੀ ਘਰ ਦੇ ਵਿੱਚ ਗੁਰੂ ਦਾ ਸ਼ਬਦ ਘੁੱਟ ਕੇ ਬੰਨ ਲੈ। ਘੁੱਟ ਕੇ ਗੰਢ ਪਾਈ, ਕਿਧਰੇ ਖੁੱਲ ਨਾ ਜਾਏ। ਜੇ ਗੰਢ ਖੁੱਲ ਗਈ ਤੇ ਚੀਜ਼ ਡਿੱਗ ਪਏਗੀ। ਜੇ ਤੇਰੀ ਗੰਢ ਖੁੱਲ ਗਈ ਨਾ, ਪੀੜੀ ਪਾਈ ਗੰਢ, ਘੁੱਟ ਕੇ ਗੰਢ ਪਾਈ, ਜੇ ਵਿਕਾਰ ਆ ਕੇ ਖੋਲਣ ਵੀ ਲੱਗਣ ਨਾ ਤੇ ਖੁੱਲੇ ਨਾ। ਕਈ ਵਾਰੀ ਇੰਨੀ ਘੁੱਟ ਕੇ ਗੰਢ ਪਾਈ ਹੁੰਦੀ ਹੈ, ਸਾਡੇ ਹੱਥਾਂ ਨਾਲ ਨਹੀਂ ਖੁੱਲਦੀ, ਨਹੁੰਆਂ ਨਾਲ ਖੋਲਣੀ ਚਾਹੁੰਦੇ ਆ ਤਾਂ ਨਹੀਂ ਖੁੱਲਦੀ, ਕਈ ਦੰਦਾਂ ਨਾਲ ਖੁੱਲਦੇ ਨੇ ਤਾਂ ਨਹੀਂ ਖੁੱਲਦੀ। ਦਾਤਿਆ ਤੇਰੇ ਨਾਲ ਸਾਡੀ ਉਹ ਗੰਢ ਪੈ ਜਾਏ, ਤੇਰਾ ਸ਼ਬਦ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਵਸ ਜਾਵੇ। ਕੋਈ ਕੱਢਣਾ ਚਾਹਵੇ ਤੇ ਕੱਢਿਆ ਨਾ ਜਾਵੇ, ਉਹ ਉਪਦੇਸ਼ ਮੇਰੇ ਹਿਰਦੇ ਵਿੱਚ ਵਸ ਜਾਵੇ। ਗੁਰ ਕੇ ਚਰਨ ਉਪਰ ਮੇਰੇ ਮਾਥੇ, ਤਾਂ ਤੇ ਦੁੱਖ ਮੇਰੇ ਸਗਲੇ ਲਾਥੇ। ਤਾਂ ਤੇ ਉਹਨਾਂ ਦੇ ਸਦਕੇ, ਉਹਨਾਂ ਦੇ ਸਦਕੇ ਭਾਵ ਗੁਰੂ ਦੇ ਉਪਦੇਸ਼ ਦੇ ਸਦਕੇ ਦਾਤਿਆ ਦੁੱਖ ਮੇਰੇ ਦੁੱਖ ਸਗਲੇ, ਸਗਲੇ ਤੋਂ ਭਾਵੇਂ ਸਾਰੇ। ਸਾਰੇ ਕਿਹੜੇ ਜੀ? ਆਦ ਵਿਆਦ ਤੇ ਉਪਾਦ, ਤੀਨੇ ਤਾਪ ਨਿਵਾਰਣ ਹਾਰਾ। ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਗਨ ਨ ਕੋ ਲਾਗੈ। ਜਾਂ ਕੀ ਪ੍ਰਭ ਆਗੈ ਅਰਦਾਸ। ਮੇਰੇ ਜਿਹੜੇ ਉਹ ਦੁੱਖ ਨੇ ਸਾਰੇ ਲੈ ਗਏ। ਕਿਸ ਤਰ੍ਹਾਂ? ਤਾਂ ਤੇ ਦੁੱਖ ਮੇਰੇ ਸਗਲੇ ਲਾਥੇ। ਕਦੋਂ? ਆਤਮ ਚੀਨ, ਜਦੋਂ ਮੈਂ ਆਪਣੀ ਆਤਮਾ ਦਾ ਪੜਚੋਲ ਕੀਤਾ, ਜਦੋਂ ਮੈਂ ਆਪਣੇ ਆਤਮਾ ਦੀ ਪੜਚੋਲ ਵਿੱਚ ਗਿਆ। ਪਰਮ, ਪਰਮ ਤੋਂ ਭਾਵ ਉੱਚਾ ਸੁੱਚਾ। ਰੰਗ ਭਾਵ ਖੁਸ਼ੀ ਮੈਂ ਮਾਣੀ। ਤੁਕਦਾ ਫਿਰ ਮੈਂ ਵਿਚਾਰ ਕਰਦੇ ਹੋਏ ਪੜ੍ਹਦੇ ਵਾਂ, ਆਤਮ ਚੀਨ ਪਰਮ ਰੰਗ ਮਾਣੀ। ਜਦੋਂ ਆਤਮਾ ਦੀ ਪੜਚੋਲ ਕੀਤੀ ਨਾ,
ਤੇ ਫੇਰ ਪਰਮ ਤੋਂ ਭਾਵ ਹੈ ਉੱਚਾ ਸੁੱਚਾ ਰੰਗ ਮਾਣਿਆ, ਭਾਵ ਮਿੰਸ ਕਿ ਸਾਰੇ ਸੁਖ ਮਿਲ ਗਏ ਕਿਵੇਂ? ਚਰਨ ਰੇਣ ਗੁਰ ਕੀ ਮੁਖ ਲਾਗੀ। ਰੇਣ ਜਿਹਨੂੰ ਡਸਟ ਕਹਿ ਦਿੰਦੇ ਆ, ਧੂੜ ਕਹਿ ਦਿੰਦੇ ਆ, ਮੁਖ ਲਾਗੀ। ਮੁਖ ਤੋਂ ਭਾਵ ਹੈ ਮੂੰਹ, ਮੂੰਹ ਤੋਂ ਭਾਵ ਕਰਦੇ ਹੋ ਮੱਥੇ ਦੇ ਉੱਤੇ। ਜਦੋਂ ਨਾਮ ਜਪਣ ਵਾਲਿਆਂ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਤੇ ਲੱਗੀ, ਉਹ ਕਿੱਥੋਂ ਲੱਭੇਗੀ? ਪੱਬ ਵਿੱਚੋਂ। ਉਹ ਤੇ ਗੁਰੂ ਦੇ ਘਰੋਂ ਹੀ ਲੱਭੇਗੀ ਨਾ। ਜਿਹੜੇ ਨਾਮ ਜਪਣ ਵਾਲੇ ਤੇ ਗੁਰੂ ਦੀਆਂ ਸੰਗਤਾਂ ਦੇ ਘਰਾਂ ਦੇ ਵਿੱਚੋਂ ਹੀ ਇਹ ਚਰਨਾਂ ਨੂੰ ਧੂੜ ਜਿਹੜੀ ਲੱਗੀ ਹੋਈ ਹੈ ਤੇਰੇ ਮੱਥੇ ਨੂੰ ਲੱਗ ਸਕਦੀ ਹੈ। ਤੇ ਰੋਜ਼ ਪੜਿਆ ਦਾਨ ਮਹਿੰਦਾ ਤਲੇ ਖਾਕ, ਜੇ ਮਿਲਾ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲਖ ਧਿਆਈਐ। ਅਲਖ ਉਹ ਜਿਹੜਾ ਲਖਿਆ ਨਹੀਂ ਜਾ ਸਕਦਾ ਪਾਰ ਬ੍ਰਹਮ ਪਰਮੇਸ਼ਰ ਜੇ ਤੂੰ ਧਿਆਉਣਾ ਹੈ ਤੇ ਇੱਕ ਮਨ ਹੋ ਕੇ ਧਿਆ, ਇੱਕ ਮਨ ਹੋ ਕੇ ਉਸ ਨੂੰ ਯਾਦ ਕਰ। ਹੋਏ ਇੱਕ ਮਨ ਅਲਖ ਧਿਆਈਐ, ਤੇ ਜੇ ਇੱਕ ਮਨ ਹੋ ਕੇ ਉਸ ਨੂੰ ਅਲਖ ਨੂੰ ਧਿਆਵੇਂਗਾ ਤੇ ਫਿਰ ਗੁਰੂ ਦੀਆਂ ਸੰਗਤਾਂ ਵਿੱਚ ਆਵੇਂਗਾ ਤੇ ਚਰਨਾਂ ਦੀ ਧੂੜ ਤੇਰੇ ਮੱਥੇ ਨੂੰ ਲੱਗ ਜਾਏਗੀ। ਤੇ ਜਦੋਂ ਤੇਰਾ ਮੱਥਾ ਸਫਲ ਹੋ ਜਾਏਗਾ, ਮੇਰੇ ਸਾਹਿਬ ਜੀ ਕਹਿੰਦੇ ਨੇ ਚਰਨ ਰੇਣ ਗੁਰ ਕੀ ਮੁਖ ਲਾਗੀ, ਅਹੰਗ ਬੁੱਧ ਤਿਨ ਸਗਲ ਤਿਆਗੀ। ਅਹੰਗ ਬੁੱਧ, ਹੁਣ ਬੁੱਧੀ ਵੀ ਜਿਹੜੀ ਹੈ ਅਹੰਕਾਰ ਵਾਲੀ ਹੁੰਦੀ ਹੈ। ਤੁਸੀਂ ਕਹੋਗੇ ਕਿੱਦਾਂ ਹੁੰਦੀ ਹੈ? ਅਕਲ ਤੇ ਅਕਲ ਹੀ ਹੈ, ਉਹ ਅਹੰਕਾਰ ਵਾਲੀ ਕਿਵੇਂ ਹੋ ਗਈ? ਗੁਰੂ ਪਿਆਰਿਓ, ਹੰਕਾਰ ਵਾਲੀ ਜਿਹੜੀ ਅਕਲ ਵੀ ਬੜੀ ਹਉਮੈ ਵਿੱਚ ਲੈ ਜਾਂਦੀ ਹੈ, ਅਕਲ ਵੀ ਦੂਸਰੇ ਪਾਸੇ ਲੈ ਜਾਂਦੀ ਹੈ। ਜੇ ਕਿਸੇ ਚੋਰ ਨੇ ਚੋਰੀ ਕਰਨੀ ਹੋਵੇ ਤੇ ਉਹਨੂੰ ਬੜੀ ਅਕਲ ਚਾਹੀਦੀ ਹੈ, ਬੜੀ ਹੱਥ ਦੀ ਸਫਾਈ ਚਾਹੀਦੀ ਹੈ। ਕਿਸੇ ਦੀ ਪੌਕਟ ਮਾਰਦਾ ਹੈ ਨਾ, ਉਹਦੇ ਵਿੱਚ ਬੜੀ ਸਫਾਈ ਹੈ, ਅਕਲ ਹੈ, ਪਰ ਵਰਤੋਂ ਦੁਰਵਰਤੋਂ ਕੀਤੀ ਜਾ ਰਹੀ ਹੈ। ਅਕਲ ਹੈ ਪਰ ਗੁਰੂ ਵੱਲ ਨਹੀਂ ਲੈ ਕੇ ਆ ਰਹੀ। ਅਹੰਗ ਬੁੱਧ ਤਿਨ ਸਗਲ ਤਿਆਗੀ, ਗੁਰ ਕਾ ਸ਼ਬਦ ਲਗੋ ਮਨ ਮੀਠਾ, ਪਾਰ ਬ੍ਰਹਮ ਤਾਤੇ ਮੋਹਿ ਡੀਠਾ। ਗੁਰ ਸੁਖ ਦਾਤਾ ਗੁਰ ਕਰਤਾਰ, ਜੀ ਪ੍ਰਾਣ ਨਾਨਕ ਗੁਰ ਆਧਾਰ। ਹੇ ਭਾਈ, ਜਿਹਦੀ ਅਕਲ ਗੁਰੂ ਵੱਲ ਲੈ ਕੇ ਆਈ, ਉਹ ਪਤਾ ਕੀ ਕਹਿੰਦਾ? ਇਹ ਦਾਤਾ, ਇਹ ਵਾਹਿਗੁਰੂ, ਗੁਰੂ ਹੀ ਮੇਰਾ ਸ਼ਬਦ ਹੈ ਤੇ ਗੁਰੂ ਹੀ ਮੇਰਾ ਕਰਤਾਰ ਹੈ। ਗੁਰੂ ਅੱਗੇ ਅਰਦਾਸ ਇਹ ਕਰਕੇ ਜਾਈਏ, ਪਾਤਸ਼ਾਹ ਸਾਨੂੰ ਵੀ ਆਪਣੀ ਆਤਮਾ ਦਾ ਪੜਚੋਲ ਕਰਨਾ ਆ ਜਾਏ, ਸਾਨੂੰ ਵੀ ਆਪਣਾ ਆਪ ਦੀ ਪਹਿਚਾਣ ਕਰਨੀ ਆ ਜਾਏ। ਜਦੋਂ ਅਸੀਂ ਬਾਹਰ ਦੀ ਪਹਿਚਾਣ ਕਰਦੇ ਰਹਿੰਦੇ ਆ, ਜਿੱਦਨ ਬੰਦਿਆਂ ਤੋਂ ਆਪਣੀ ਪਹਿਚਾਣ ਕਰ ਲਈ ਨਾ, ਉਦੋਂ ਤੇਰਾ ਲੋਕ ਤੇ ਪਰਲੋਕ ਸਬਰ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।